bitch. Radle bitch. Ranale bitch. Lo bitch. अस्सलाम वालेकुम जी। वालेकुम सलाम। भाई की हाल है ਤੁਹਾਡਾ? ਠੀਕ ਠਾਕ ਹੋ? शुक्र अल्लाह का। ਕੀ ਨਾਮ ਹੈ ਤੁਹਾਡਾ? आसम अली नाम जी। ਆਸਮ ਭਾਈ, ਤੁਸੀਂ ਮੈਂ ਦੇਖ ਰਿਹਾ ਅਰਸਾ ਦਰਾਜ਼ ਤੋਂ ਸਾਲੋਂ ਸਾਲ ਤੁਸੀਂ ਇੱਥੇ ਆਪਣੇ ਲਈ ਰਿਜ਼ਕ ਆਪਣੇ ਬੱਚਿਆਂ ਲਈ ਕਮਾ ਕੇ ਲੈ ਕੇ ਜਾ ਰਹੇ ਹੋ, ਤੇ ਦਿਹਾੜੀ ਤਾਂ ਤੁਸੀਂ ਕਿੰਨਾ ਕੁ ਕਮਾ ਲੈਂਦੇ ਹੋ? दिहाड़ी दे हिसाब से 400 500 या 600 कमा लेदा 4 500 600 जी। ਤੇ ਤੁਸੀਂ ਦਿਨ 'ਚ ਕਿੰਨਾ ਕੁ ਚੱਲ ਲੈਂਦੇ ਹੋ? जिन्नी की हिम्मत है ਕਿੰਨਾ ਕੁ ਰੋਜ਼ਾਨਾ ਕਿੰਨੀਆਂ ਕੁ रोजाना ਗਲੀਆਂ को ਫਿਰ समझ लो कि 10 12 गलियां फिर लेने। ਅੱਛਾ, ठीक है, सुबह आई 9 बजे आई ते शाम ਨੂੰ 4 5 ਚਲੇ ਜਾਈਦਾ ਘਰ। ਯਾਨੀ ਕਿ ਸਵੇਰ 9 ਵਜੇ ਤੁਸੀਂ ਘਰੋਂ ਨਿਕਲਦੇ ਹੋ ਆਪਣੇ ਬੱਚਿਆਂ ਲਈ ਰਿਜ਼ਕ ਕਮਾਉਣ ਲਈ, ਤੇ ਗਲੀ ਗਲੀ ਦੁਕਾਨਾਂ ਤੇ ਵੀ ਘਰਾਂ ਤੇ ਵੀ ਤੁਸੀਂ ਆਵਾਜ਼ਾਂ ਮਾਰਦੇ ਹੋ ਕਿ ਜੋ ਕੁਝ ਵੀ ਤੁਹਾਡੇ ਕੋਲ ਸਮਾਨ ਪੁਰਾਣਾ ਹੈਗਾ, ਲੋਹਾ ਡੱਬਾ ਰੱਦੀ, जी जी। ਤਾਂ ਕਿ ਤੁਸੀਂ ਉਹਨੂੰ ਖਰੀਦੋ ਤੇ ਅੱਗੇ ਤੁਸੀਂ ਵੇਚ ਸਕੋ। ਅੱਛਾ, ਮੈਨੂੰ ਦੱਸੋ ਕਿ ਤੁਹਾਡੇ ਬੱਚੇ ਕਿੰਨੇ ਨੇ? ਬੱਚੇ ਮਾਸ਼ਾਅੱਲਾ ਮੇਰੇ 5 ਨੇ 5 ਬੱਚੇ ਨੇ ਜੀ। ਤੇ ਤੁਹਾਡੀ ਉਮਰ ਕਿੰਨੀ ਹੈ ਇਸ ਟਾਈਮ? ਮੇਰੀ ਮਾਸ਼ਾਅੱਲਾ 32 ਸਾਲ ਉਮਰ ਹੈ। 32 ਸਾਲ ਉਮਰ 'ਚ 5 ਬੱਚੇ, ਤੇ ਸ਼ਾਦੀ ਕਿਸ ਉਮਰ 'ਚ ਹੋਈ ਸੀ ਤੁਹਾਡੀ? ਸ਼ਾਦੀ ਮੇਰੀ 22 ਸਾਲ ਦੀ ਉਮਰ 'ਚ। ਅੱਛਾ, 22 ਸਾਲ ਦੀ ਉਮਰ 'ਚ ਸ਼ਾਦੀ ਹੋ ਗਈ, ਤੇ ਵਕਫਾ ਬੱਚਿਆਂ ਦਾ ਕਿਸ ਤਰ੍ਹਾਂ ਤੁਸੀਂ ਕੀਤਾ ਕਿ ਸਾਲ 2 ਸਾਲ ਦਾ ਵਕਫਾ ਰਿਹਾ ਬੱਚਿਆਂ 'ਚ? ਹਾਂਜੀ ਇਹਨੇ ਪਾਇਆ ਰਿਹਾ ਐਨਾ ਹੀ ਆ ਰਿਹਾ ਹੈਗਾ ਜੀ। ਤੇ ਕੀ ਤੁਸੀਂ ਆਪਣੇ ਬੱਚਿਆਂ ਦੀ तमाम ਜ਼ਰੂਰੀਅਤ ਤੁਸੀਂ ਪੂਰੀ ਕਰ ਰਹੇ ਹੋ ਇਸ ਟਾਈਮ ਤੇ? ਨਹੀਂ 5 ਇਸ ਟਾਈਮ ਜਿਹੋ ਜਿਹੇ ਹਾਲਾਤ ਜਾ ਰਹੇ ਨੇ ਬਹੁਤ ਔਖਾ ਹੋਇਆ ਹੈ। ਰੋਟੀ ਪੂਰੀ ਨਹੀਂ ਹੁੰਦੀ, ਮੈਂ ਜ਼ਰੂਰਤਾਂ ਮੈਂ ਕਿਸੇ ਪੂਰੀ ਹੋ ਸਕੇ। ਅੱਛਾ 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 ਅੱਛਾ, ਤੇ ਬੱਚੇ ਪੜ੍ਹਦੇ ਵੀ ਨਹੀਂ ਤੁਹਾਡੇ ਕੋਈ? 2 ਬੱਚੇ ਪੜ੍ਹਦੇ ਨੇ। ਕਿਹੜੀ ਕਿਹੜੀ ਕਲਾਸ? ਗਵਰਨਮੈਂਟ ਪੜ੍ਹਦੇ, ਪ੍ਰਾਈਵੇਟ ਚ ਹੈਗੇ। ਗਵਰਨਮੈਂਟ 'ਚ ਪੜ੍ਹਦੇ ਨੇ? ਹਾਂਜੀ ਪ੍ਰਾਈਵੇਟ ਪ੍ਰਾਈਵੇਟ ਚ ਹੈਗੇ ਨੇ। ਪ੍ਰੈਪ 'ਚ ਹੈਗੇ ਨੇ ਤੇ ਆਪਣਾ ਕਿਹੜੀ ਕਿਹੜੀ? ਇੱਕ ਪ੍ਰੈਪ 'ਚ ਹੈਗਾ ਜੇ ਦੂਸਰਾ? ਦੋਵੇਂ ਦੋਨੋਂ ਪ੍ਰੈਪ ਇਕੱਠੇ ਦਾਖਲ ਕਰਾਇਆ? ਇਕੱਠੇ ਦਾਖਲ। ਉਹਨਾਂ ਦੀ ਉਮਰਾਂ ਕਿੰਨੀ ਹੈ? ਇੱਕ ਹੈਗਾ 7 ਸਾਲ ਦਾ ਤੇ ਇੱਕ ਹੈਗਾ 6 ਸਾਲ ਦਾ। ਤੇ ਲੇਟ ਨਹੀਂ ਦਾਖਲ ਤੁਸੀਂ ਕਰਾਇਆ? ਲੇਟ ਕਰਾਣਾ ਕਿਉਂਕਿ ਹਾਲਾਤ ਨਹੀਂ ਸਾਥ ਦੇ ਰਹੇ। ਓਹੋ, ਹਾਲਾਂਕਿ ਗਵਰਨਮੈਂਟ ਤੁਸੀਂ ਬੱਚਿਆਂ ਨੂੰ ਦਾਖਲ ਕਰਾਇਆ ਜਿੱਥੇ ਮਹੀਨੇ ਦੀ 10 ਰੁਪਏ ਫੀਸ ਹੈ, ਕਿਤਾਬਾਂ ਵੀ ਫ੍ਰੀ ਹੈ, ਫਿਰ ਵੀ ਤੁਸੀਂ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ? ਨਹੀਂ ਕਰ ਸਕਦੇ ਕਿਉਂਕਿ ਖਰਚੇ ਨਹੀਂ ਪੂਰਾ ਹੋ ਰਿਹਾ, ਬਿੱਲਾਂ ਨੇ ਕਿਰਾਇਆ ਨੇ ਵਕਤ ਪਾਇਆ। ਤੇ ਤੁਸੀਂ 5 ਬੱਚੇ ਕਰ ਲਿੱਤੇ, ਤੁਸੀਂ ਦੇ ਰਹੇ ਤੇ ਸਹੀ ਕਿ ਮੁਲਕ ਦੇ ਜੋ ਹਾਲਾਤ ਨੇ, ਤੁਹਾਡਾ ਵੀ ਪਤਾ ਕਿ ਤੁਸੀਂ ਗਲੀ ਗਲੀ ਜਾ ਕੇ ਲੋਕਾਂ ਦੇ ਘਰੋਂ ਚੋਂ ਕਾਸ਼ ਕਬਾੜ, ਇੱਕ ਕਿਸਮ ਦਾ ਕਾਸ਼ ਕਬਾੜ ਹੀ ਤੁਸੀਂ ਲੈ ਰਹੇ ਹੋ। ਜਿਹੜੀ ਜ਼ਰੂਰਤ ਹੈ ਲੋਕਾਂ ਨੂੰ ਨਹੀਂ ਕੰਮ ਚੀਜ਼ ਹੁੰਦੀ ਉਹ ਤੁਹਾਨੂੰ ਦੇ ਦਿੰਦੇ ਨੇ, ਥੋੜੇ ਬਹੁਤ ਤੁਹਾਨੂੰ ਪੈਸੇ ਦੇ ਦਿੰਦੇ ਨੇ, ਤੁਸੀਂ ਉਹਨਾਂ ਨੂੰ ਦੇ ਦਿੰਦੇ ਹੋ। ਤੇ ਤੁਹਾਨੂੰ ਕੋਈ ਖਿਆਲ ਨਹੀਂ ਹੈ ਕਿ ਮੈਂ ਆਪਣੀ ਔਲਾਦ ਨੂੰ ਘੱਟ ਕਰਦਾ 2 ਜਾਂ 3 ਬੱਚੇ? ਮੈਂ ਮਜ਼ੀਦ ਸੋਚਿਆ ਸੀ ਕਿ ਸ਼ਾਇਦ ਹਾਲਾਤ ਸਹੀ ਹੋ ਜਾਣਗੇ, ਸਾਥ ਦੇ ਦੇ, ਕੋਈ ਨਾ ਕੋਈ ਮੇਰੇ ਕੰਮ ਆ ਜਾਏਗਾ, ਪਰ ਇਸ ਟਾਈਮ ਕਿਸੇ ਨੇ ਸਾਥ ਨਹੀਂ ਦਿੱਤਾ। ਕਿਸੇ ਨੇ? ਉਹ ਲਾਜ਼ਮੀ ਗੱਲ ਹੈ, ਕੌਣ ਸਾਥ ਦੇ? ਕੋਈ ਨਹੀਂ ਦੇ ਰਿਹਾ ਕਿਉਂਕਿ ਪਰ ਇਹੋ ਜਿਹਾ ਨਹੀਂ ਸਮਝ ਆਈ। ਬਸ ਅੱਲਾ ਨੇ ਦੇਣੇ, ਰੱਬ ਨੇ ਦੇ ਦਿੱਤੇ ਨੇ, पर उन्हें करने पे कोई कोशिश कि इन्ना से कुछ बना दी है, पर हालात नजर ही कुछ नहीं आ रहे। ਅੱਛਾ, ਇਹੀ ਹੁਣ ਤੁਸੀਂ ਦੱਸੋ 5 ਬੱਚੇ ਨੇ, ਬਾਕੀ ਹਰੇ 3 ਜਿਹੜੇ ਸਕੂਲ 'ਚ ਵੀ ਨਹੀਂ ਜਾਂਦੇ, ਤੇ ਸਭ ਤੋਂ ਛੋਟੇ ਬੱਚੇ ਦੀ ਉਮਰ ਕਿੰਨੀ ਹੈ? सब तो छोटे बच्चे माशाल्लाह मेरा महीना का नहीं लेगा। ਅਜੇ ਮਹੀਨੇ ਦਾ ਵੀ ਨਹੀਂ ਨਹੀਂ ਹੈਗਾ? ਯਾਨੀ ਕਿ ਤੁਸੀਂ, ਤੁਹਾਨੂੰ ਪਤਾ ਵੀ ਸੀ ਲੇਕਿਨ ਫਿਰ ਵੀ ਤੁਸੀਂ ਕਰਦੇ ਗਏ ਬੱਚੇ ਤੇ ਬੱਚਾ ਹੁਣ ਵੀ, ਯਾਨੀ ਕਿ 1 ਮਹੀਨੇ ਤੁਹਾਡਾ ਬੱਚਾ, ਅਗਰ ਕਮ ਸੇ ਕਮ ਇਹੀ ਸੋਚ ਲੈਣਾ ਚਾਹੀਦਾ ਸੀ ਤੁਹਾਨੂੰ ਕਿ ਮੈਂ ਤੇ 4 ਬੱਚੇ ਦੀ ਕਫਾਲਤ ਨਹੀਂ ਕਰ ਸਕ ਰਿਹਾ, ਤੇ ਫਿਰ 5ਵਾਂ ਫਿਰ ਤੁਸੀਂ ਕਿਉਂ, ਕਿਸ ਚੀਜ਼ ਲਈ ਸੋਚਿਆ ਫਿਰ? सोचा नहीं, बस जो अल्लाह का माल सी अल्लाह ने देता यार। बस ਇਹ ਕੋਸ਼ਿਸ਼ ਕਰੀ ਦੇ ਕਿ ਜਦੋਂ ਜਦ ਕਰਨੇ ਪਿਆ ਕਿ ਸ਼ਾਇਦ ਅੱਲਾਹ ਪਾਕ ਵਸੀਲਾ ਬਣ ਜਾਵੇ, ਨਹੀਂ ਤੇ ਮੈਨੂੰ ਤੇ ਕੁਝ ਬਣ ਜਾਵੇ ਇਹਨਾਂ ਸੇ। ਉਹ ਤੁਹਾਡੀ ਗੱਲ ਮੈਂ ਠੀਕ ਹੈ, ਮੈਨੂੰ ਸਿਰਫ ਇੰਨਾ ਦੱਸੋ ਕਿ ਬੱਚਿਆਂ ਦੇ ਆਉਣ ਨਾਲ ਵਸੀਲਾ ਕੀ ਬਣੇਗਾ? ਕਿ ਤੁਹਾਡੀ ਯਾਨੀ ਕਿ ਤੁਹਾਡੇ ਲਈ ਕੋਈ ਪੈਸਾ ਲੈ ਕੇ ਆਇਆ, ਤੁਹਾਡੇ ਲਈ ਕੋਈ ਕਾਰੋਬਾਰ ਲੈ ਕੇ ਆਣਾ ਸੀ? ਸੁਣਨੇ ਆ ਕਿ ਕਹਿੰਦੇ ਨੇ ਕਿ ਬੱਚਾ ਕੋਈ ਐਸਾ ਆ ਜਾਂਦਾ ਕਿ ਜਿੰਨਾਂ ਨੂੰ ਹਸੀਬ ਫੁੱਲ ਜਾਂਦੇ ਨੇ, ਅੱਲਾਹ ਪਾਕ ਸੁਣ ਲੈਂਦਾ। ਉਹ ਬਿਲਕੁਲ, ਲੇਕਿਨ ਉਹ ਪਰ ਨਜ਼ਰ ਕੁਛ ਨਹੀਂ ਆ ਰਿਹਾ, ਬਹੁਤ ਤੰਗ ਹੋਇਆ ਪਿਆ। ਹੁਣ ਦੇਖੋ ਨਾ, ਤੁਹਾਨੂੰ ਨਜ਼ਰ ਨਹੀਂ ਕੁਛ ਆ ਰਿਹਾ, ਹੁਣ ਤੁਸੀਂ ਉਹਦਾ ਦੁੱਧ ਦਾ ਖਰਚਾ, ਪੈਂਪਰਾਂ ਦਾ ਖਰਚਾ, ਬਹੁਤ ਜ਼ਿਆਦਾ ਸਮ ਤੰਗ ਹੋਇਆ ਤੇ ਹੁਣ ਕਿ ਰੋਟੀ ਪੂਰੀ ਕਰਨੀ ਮੇਰੇ ਸੇ ਔਖੀ ਹੋਈ, ਤੇ ਕਿਰਾਇਆ ਬਿੱਲ ਮੈਂ ਕਿੱਥੋਂ ਦਿਆਂ? ਤੇ ਹੁਣ ਤੁਸੀਂ ਕੀ ਸੋਚ ਰਹੇ ਹੋ ਕਿ 5ਵਾਂ ਬੱਚਾ ਤੁਹਾਨੂੰ ਕਰਨਾ ਚਾਹੀਦਾ ਸੀ ਫਿਰ? ਨਹੀਂ, ਮੈਂ ਤਾਂ ਇਹੀ ਸੋਚਿਆ ਕਿ 3 ਬੱਚੇ ਸਹੀ ਸੀ, ਮੈਂ 5 ਕਰਕੇ ਮੈਂ ਸਮ ਆਪ ਫਸ ਗਿਆ ਬੜਾ। ਤੇ ਹੁਣ ਤੁਸੀਂ ਇਹ ਦੱਸ ਰਹੇ ਹੋ ਕਿ 4-500 ਰੁਪਏ ਤੁਸੀਂ ਦਿਹਾੜੀ ਲੈ ਕੇ ਜਾਂਦੇ ਹੋ, ਤੇ 4-500 ਨਾਲ ਕੀ ਬੰਦਾ, ਯਾਨੀ ਕਿ ਘਰ 'ਚ ਖਰਚਾ, ਕਿਰਾਇਆ ਵੀ ਤੁਸੀਂ ਦੇਣਾ, ਬੱਚਿਆਂ ਦਾ ਵੀ ਖਰਚਾ ਤੁਸੀਂ ਕਰਨਾ, ਬੀਵੀ ਦਾ ਵੀ ਕਰਨਾ, ਆਪ ਵੀ ਕਰਨਾ, ਤੇ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ? ਬਸ ਮੈਂ ਕੁਛ ਨਹੀਂ ਕਰ ਰਿਹਾ, ਜੋ ਕਰ ਰਿਹਾ ਮੇਰਾ ਅੱਲਾਹ ਕਰ ਰਿਹਾ, ਮੈਨੂੰ ਨਹੀਂ ਸਮਝ ਆਉਂਦੀ, ਬਸ ਅੱਲਾਹ ਚਲਾ ਰਿਹਾ ਮੈਨੂੰ। ਸਦੇ ਕਿ ਮੈਂ ਬੱਚਿਆਂ से ਨਿਕਲਿਆ ਨਾ ਹਿੱਸਾ ਕਮਾਉਣ, ਤੇ ਅੱਲਾਹ ਸ਼ਕਰ ਹੋਣੇ ਨਿਕਲਿਆ। ਹਾਂ ਹਾਂ, ਠੀਕ ਹੈ, ਤਵੱਕਲ ਅੱਲਾਹ ਰੱਖਿਆ। ਅੱਛਾ, ਜੋ ਕਰਨਾ ਰੱਬ ਨੇ ਕਰਨਾ, ਅਸੀਂ ਆਪਣੀ ਮਿਹਨਤ ਪੂਰੀ ਕਰਨੇ ਪਏ, ਦਿਨ ਰਾਤ ਇੱਕ ਕਰਨੇ ਪਏ, ਬਾਕੀ ਫਲ ਅੱਲਾਹ ਨੇ ਦੇਣਾ। ਨਹੀਂ ਮੈਂ ਫਿਰ ਉਹੀ ਗੱਲ ਹੈ ਕਿ ਬਸ ਇਹੀ ਦੁਆ ਕਰਨੇ ਕਿ ਯਾ ਅੱਲਾਹ ਤੂੰ ਹੋਗਾ ਤੇ ਨਿਜ਼ਾਮ ਤੂੰ ਚਲਾਣਾ, ਸਾਡੇ ਕੋਲ ਜਦ ਤੱਕ ਹਿੰਮਤ ਹੋਏਗੀ ਅਸੀਂ ਮਾਰਾਂਗੇ, ਜ਼ਰੂਰ ਹਿੰਮਤ ਕਰਾਂਗੇ। ਨਹੀਂ, ਬਸ ਹੱਥ ਪੈ ਸਲਾਮਤ ਰੱਖ ਤਾਂ ਕਿ ਬੱਚਿਆਂ। ਮੇਰਾ ਸਵਾਲ ਤੇ ਫਿਰ ਉੱਥੇ ਹੀ ਹੈ
ਕਿ ਪੰਜਵਾਂ ਬੱਚਾ ਤੁਸੀਂ ਲੈ ਆਂਦਾ ਕਿ ਜੀ ਇਸ ਬੱਚੇ ਦੀ ਨਿਸਬਤ ਨਾਲ ਹਾਲਾਤ ਬਿਹਤਰ ਹੋਏ ਤੇ ਉਸ ਬੱਚਾ ਤੁਸੀਂ ਲੈ ਆਂਦਾ ਕਿ ਜੀ ਇਸ ਬੱਚੇ ਦੀ ਨਿਸਬਤ ਨਾਲ ਹਾਲਾਤ ਬਿਹਤਰ ਹੋਏ ਤੇ ਉਸ ਬੱਚੇ ਦੀ ਨਿਸਬਤ ਨਾਲ ਹੁਣ ਕੀ ਹਾਲਾਤ ਬਿਹਤਰ ਹੋਏ ਨੇ? ਹਾਲ ਤਾਂ ਕੁਝ ਚੀਜ਼ ਨਜ਼ਰ ਨਹੀਂ ਆ ਰਹੀ, ਬਾਕੀ ਮਜ਼ੀਦ ਵੇਖੋ ਕੀ ਬਣਦਾ। ਨਹੀਂ ਜਾਂ ਉੱਤੇ ਜਾਵਾਂਗੇ ਜਾਂ ਥੱਲੇ ਆ ਜਾਵਾਂਗੇ ਜਾਂ ਅਖੀਰ ਕਬਰ ਹੀ ਜਾਵਾਂਗੇ। ਨਹੀਂ ਉਹ ਤੇ ਹਰ ਇੱਕ ਨੇ ਜਾਣਾ, ਕੁੱਲੇ ਨਫਸਿਨ ਜ਼ਾਇਕਾਤੁਲ ਮੌਤ, ਉਹ ਤੇ ਹਰ ਇੱਕ ਨੇ ਜਾਣਾ। ਅੱਛਾ ਹੁਣ ਅਗਰ ਨਹੀਂ ਹਾਲਾਤ ਸਹੀ ਹੁੰਦੇ ਕਿ ਤੁਸੀਂ 6ਵਾਂ ਬੱਚਾ ਵੀ ਪੈਦਾ ਕਰੋਗੇ? ਨਹੀਂ, ਮੈਂ ਬਸ ਹੋ ਗਈ ਮੇਰੀ ਇਸ ਟਾਈਮ, ਬਸ ਹੀ। ਯਾਨੀ ਕਿ ਹੁਣ ਤੁਹਾਨੂੰ ਪਤਾ ਚੱਲ ਗਿਆ ਕਿ ਜਿਹੜੇ ਲੋਕ ਆ ਕਹਿੰਦੇ ਨੇ ਜੀ ਬੱਚੇ ਪੈਦਾ ਕਰੀ ਜੋ ਉਹ ਆਪਣਾ ਰਿਜ਼ਕ ਲੈ ਕੇ ਆਉਣਗੇ, ਬੇਸ਼ੱਕ ਰੱਬ ਦੀ ਜ਼ਾਤ ਨੇ ਰਿਜ਼ਕ ਦੇਣਾ ਹੀ ਦੇਣਾ। ਕੋਈ ਐਸਾ ਬੰਦਾ ਨਹੀਂ ਹੈਗਾ ਜਿਹੜਾ ਭੁੱਖਾ ਮਰੇ। ਭੁੱਖਾ ਤੇ ਕੋਈ ਮਰਦਾ ਹੀ ਨਹੀਂ ਹੈਗਾ। ਕਦੀ ਤੁਸੀਂ ਸੁਣਿਆ ਬੰਦਾ ਭੁੱਖਾ ਮਰ ਗਿਆ? ਨਹੀਂ, ਉਹ ਭੁੱਖਾ ਉਹ ਉਠਾਉਂਦਾ ਸਵਾਉਂਦਾ ਭੁੱਖਾ ਨਹੀਂਗਾ। ਉਹੀ ਤਾਂ ਗੱਲ ਹੈ ਨਾ। ਲੇਕਿਨ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਆਪਣੀ ਔਲਾਦ ਲਈ ਬਿਹਤਰੀ ਲਈ ਕਿ ਅਸੀਂ ਘੱਟ ਬੱਚੇ ਰੱਖੀਏ ਤਾਂ ਕਿ ਉਹਨਾਂ ਦੀ ਅਸੀਂ ਪੂਰੀ ਜ਼ਰੂਰੀਆਤ ਪੂਰੀ ਕਰ ਸਕੀਏ, ਉਹਨਾਂ ਦਾ ਬਿਹਤਰ ਮੁਸਤਕਬਲ ਕਰ ਸਕੀਏ। ਕਿ ਇਹ ਸਹੀ ਨਹੀਂ ਹੈਗਾ? ਬਿਹਤਰ ਸੀ, ਲੇਕਿਨ ਬਸ ਸਮਝ ਨਹੀਂ ਆਈ। ਤੁਹਾਨੂੰ ਇਹ ਤਾਂ ਕਿਹਾ ਕਿ ਬਚਪਨਾ ਸੀ, ਬੱਚਿਆਂ ਦਾ ਜ਼ਿਹਨ ਸੀ, ਅੱਲਾ ਦੇ ਬਸ ਦੇਤੇ ਨੇ। ਹੁਣ ਇਹੀ ਹੈ ਕਿ ਬਸ ਇਹਨਾਂ ਦੇ ਕੁਛ ਗੱਲ ਹੀ ਅੱਗੋਂ ਬਸ ਖਤਮ ਹੈ। ਅੱਲਾ ਖੈਰ ਕਰੇ, ਅੱਲਾ ਖੈਰ ਕਰੇ, ਅੱਲਾ ਤਾਲਾ ਸਭ ਦੀ ਆਸਾਨੀਆਂ ਪੈਦਾ ਕਰੇ। ਹੁਣ ਤੁਸੀਂ ਕੀ ਆਪਣੇ ਬੱਚਿਆਂ ਨੂੰ ਇਹੀ ਤਰਗੀਬ ਦੋਗੇ ਕਿ ਬੱਚੇ ਪੈਦਾ ਕਰੀ ਜੋ ਉਹਨਾਂ ਦਾ ਰਿਜ਼ਕ ਆਏਗਾ? ਨਹੀਂ, ਆਪਣੇ ਬੱਚਿਆਂ ਨੂੰ ਕੀ ਕਹੋਗੇ? ਬੱਚਿਆਂ ਨੂੰ ਨਸੀਹਤ ਦਿਆਂਗੇ, ਪੁੱਤਰ ਪਹਿਲੇ ਆਪਣੀ ਕਾਮਯਾਬੀ ਬਣਾਓ, ਫਿਰ ਗਾਂ ਵਿਆਹ ਕਰੋ, ਫਿਰ ਅੱਗੋਂ ਕੁਝ ਕਰਨਾ ਜੀ। ਕਿੰਨੇ ਬੱਚੇ ਹੋ ਤੁਸੀਂ ਕਹੋਗੇ ਆਪਣੇ ਬੱਚਿਆਂ ਨੂੰ, ਕਿੰਨੇ ਬੱਚੇ ਉਹਨਾਂ ਉਹ ਪੈਦਾ ਕਰਨ? ਬੱਚੇ ਜਿੰਨੇ ਉਹਨਾਂ ਦਿਮਾਗ ਹੈ, ਜਿੰਨਾ ਉਹਨਾਂ ਨੇ ਕਰਨਾ ਹੈ, ਲੇਕਿਨ ਉਹਨਾਂ ਨੇ ਇਹ ਗਾਣੇ ਸਿਰਫ ਬੱਚੇ ਰੱਖਣੇ 2। ਹਾਂ, ਵੈਰੀ ਗੁੱਡ, ਜ਼ਬਰਦਸਤ। 2 ਤੋਂ 3 ਨਾ ਕਰਨਾ। ਅੱਛਾ ਤਾਂ ਕਿ ਹਾਲਾਤ ਬਿਹਤਰ ਹੈ ਤੇ ਮੁਸਤਕਬਲ ਬਿਹਤਰ ਹੋਵੇ। ਹਾਂਜੀ, ਇਹ 2 ਨਹੀਂ ਪਾਲ ਬੜੀ ਗਰੀਮਤ ਹੈ। ਅੱਛਾ ਮਨ, ਤੁਸੀਂ ਇਹ ਦੱਸੋ ਕਿ ਹੁਣ ਤੁਸੀਂ ਆਪਣੇ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਔਲਾਦ ਦੇ ਬਾਰੇ, ਕੰਮ ਦੇ ਬਾਰੇ, ਕਿ ਕਿਸ ਤਰੀਕੇ ਨਾਲ ਕੋਈ ਮੈਸੇਜ ਦੇ ਸਕਦੇ ਹੋ ਤੁਸੀਂ ਉਹਨਾਂ ਨੂੰ? ਮੈਂ ਤੇ ਭਰਾ ਇਹੀ ਮੈਸੇਜ ਦਿਆਂਗਾ ਕਿ ਆਪਣਾ ਹਾਲਾਤ ਵੇਖੋ, ਫਿਰ ਆਪਣੇ ਘਰ ਵੇਖੋ ਕਿ ਹਾਲਾਤ ਦੇ ਮੁਤਾਬਕ ਘਰ ਚੱਲ ਸਕਦਾ, ਤੇ ਫਿਰ ਉਸ ਤੋਂ ਬਾਅਦ ਆਪਣਾ ਕਦਮ ਚੁੱਕੋ। ਜੇ ਨਹੀਂ ਚੁੱਕ ਸਕਦੇ ਫਿਰ ਜਿੱਥੇ ਉੱਥੇ ਖਲੋ ਜਾਓ। ਯਾਨੀ ਕਿ ਉਹਦੇ ਚ ਤਾਂ ਤੁਹਾਡੀ ਬਿਹਤਰੀ ਹੈ, ਤੁਹਾਡੀ ਔਲਾਦ ਦੀ ਬਿਹਤਰੀ। ਯਾਨੀ ਕਿ ਘੱਟ ਬੱਚੇ ਖੁਸ਼ ਰਹਿਣਗੇ, ਜ਼ਿਆਦਾ ਕਰੋਗੇ ਤੇ ਆਪ ਤੰਗ ਹੋ ਜਾਓਗੇ ਤੇ ਬੱਚੇ ਭੁੱਲ ਜਾਣਗੇ। ਅੱਲਾਹ ਤਾਲਾ ਤੁਹਾਡੀ ਮੁਸ਼ਕਲਾਂ ਆਸਾਨ ਫਰਮਾਏ ਤੇ ਤੁਹਾਡੀ ਇਹ ਗੱਲ ਅਸੀਂ ਜ਼ਰੂਰ ਅੱਗੇ ਤੱਕ ਪਹੁੰਚਾਵਾਂਗੇ ਕਿ ਛੋਟਾ ਖਾਨਦਾਨ ਹੀ ਬਿਹਤਰ ਹੈਗਾ। ਜ਼ਿਆਦਾ ਖਾਨਦਾਨ ਇੱਕ ਤਾਂ ਝਮੇਲੇ ਵੀ ਜ਼ਿਆਦਾ ਨੇ, ਉੱਤੇ ਉਹਨਾਂ ਦਾ ਬਿਹਤਰ ਮੁਸਤਕਬਲ ਵੀ। ਕਿਹਦੇ ਵੱਲ ਤਵੱਜੋ ਦੇਂਗੇ, ਕਿਹਦੇ ਵੱਲ ਤਾਲੀਮ ਦੇ ਵੱਲ ਉਹਨਾਂ ਲੈ ਕੇ ਆਵਾਂਗੇ। ਤੇ ਮੈਂ ਤੁਹਾਡੇ ਸਕੂਨ ਦੇ ਨਾਲ ਇਹੀ ਸਭ ਨੂੰ ਪੈਗਾਮ ਦੇਵਾਂਗਾ ਕਿ ਛੋਟਾ ਖਾਨਦਾਨ ਖੁਸ਼ਹਾਲ ਪਾਕਿਸਤਾਨ ਤੇ ਖੁਸ਼ਹਾਲ ਖਾਨਦਾਨ। ਪ੍ਰਾਨ ਲਿਆ ਵਿੱਚ